सूरा सो पहचानिया जो लरै दीन के हेत। पुरजा पुरजा कट मरै कबहू ना छाडै खेत। सतनाम श्री वाहिगुरु साहिब जी। हल्ला कर भीड़ पई सारे किले वाले आए। 10,000 तीर गुर विन के लंघाया। ख्वाजा मरदूद पाजी कंध ओले होए डरे। डर दा मैदान ताज वजीदा पी सिधाया। ख्वाजा मरदूद पाजी कंध ओले होए डरे। डर दा मैदान ताज वजीदा पी सिधाया। वाहिगुरु जी का खालसा वाहिगुरु जी की फतेह। दसां पातशाहियां दी जोत तख्त चौर छत्र दे मालक धन श्री गुरु ग्रंथ साहिब जी महाराज सतगुरां दी पावन पवित्र हजूरी अंदर कलगीधर पातशाह श्री गुरु गोबिंद सिंह महाराज जी दा पावन इतिहास कुर्बानियां साहिबजादियां और ਸਿੰਘਾਂ ਦੀਆਂ शहादतां ਦੀ ਦਾਸਤਾਨ ਵਿਚਾਰ ਰਹੇ ਹਾਂ। पिछले प्रकरण ਵਿੱਚ ਆਪਾਂ ਸਰਵਣ ਕੀਤਾ ਹੈ किस प्रकार 8 ਪੋਹ ਨੂੰ ਜੰਗ ਹੋਇਆ। ਵੱਡੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ। 5 ਪਿਆਰਿਆਂ ਵਿੱਚੋਂ 3 ਪਿਆਰੇ ਸ਼ਹੀਦ ਹੋਏ। 40 ਸਿੰਘਾਂ ਵਿੱਚੋਂ ਸਿੰਘ ਸ਼ਹੀਦ ਹੋਏ। 32 ਸਿੰਘ ਸ਼ਹੀਦ ਹੋ ਚੁੱਕੇ। ਬਾਕੀ ਕੁਝ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਸ ਬਚੇ ਹਨ। ਇਸ ਤੋਂ ਅੱਗੇ ਇਹ ਲੜੀਵਾਰ ਗਾਥਾ ਇਤਿਹਾਸ ਸਰਵਣ ਕਰਦੇ ਹਾਂ। ਜਿਸ ਪਾਵਨ ਗ੍ਰੰਥ ਤੋਂ ਅਸੀਂ ਇਹ ਇਤਿਹਾਸ ਪੜ੍ਹ ਸੁਣ ਰਹੇ ਹਾਂ ਇਹ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਲਿਖਤ ਹੈ। ਸ੍ਰੀ ਗੁਰਮੁਖ ਪ੍ਰਕਾਸ਼ ਉਹਦੇ ਵਿੱਚੋਂ ਅਸੀਂ ਇਤਿਹਾਸ ਪੜ੍ਹ ਰਹੇ ਹਾਂ। ਔਰ ਸਾਰੇ ਇਤਿਹਾਸਕਾਰਾਂ ਨੇ ਇਤਿਹਾਸ ਤਾਂ ਉਹੀ ਹੈ, ਥੋੜ੍ਹਾ ਬਹੁਤਾ ਜਿਹੜਾ ਹੈ ਉਹ ਆਪੋ ਆਪਣਾ ਢੰਗ ਹੈ ਹਰ ਇੱਕ ਦਾ ਇਤਿਹਾਸ ਨੂੰ ਕਥਨ ਕਰਨ ਦਾ। ਸਾਰੇ ਇਤਿਹਾਸਕਾਰਾਂ ਦਾ ਵੀ ਵੱਖ-ਵੱਖ ਵੇਰਵਾ ਹੈ, ਪਰ ਇਤਿਹਾਸ ਕਲਗੀਧਰ ਪਾਤਸ਼ਾਹ ਦਾ ਔਰ ਸਿੰਘਾਂ ਦਾ ਸਾਹਿਬਜ਼ਾਦਿਆਂ ਦਾ ਸ਼ਹਾਦਤਾਂ ਦਾ ਇਤਿਹਾਸ ਹੈ। ਸੋ ਅਸੀਂ ਸ਼ਰਧਾ ਭਾਵਨਾ ਨਾਲ ਪੜ੍ਹਨਾ ਹੈ, ਸ਼ਰਧਾ ਭਾਵਨਾ ਨਾਲ ਸੁਣਨਾ ਹੈ ਔਰ ਇਹਦੇ ਵਿੱਚੋਂ ਭਾਣਾ ਮੰਨਣ ਦੀ ਰਜਾ ਵਿੱਚ ਚੱਲਣ ਦੀ ਇਹ ਸਿੱਖਿਆ ਪ੍ਰਾਪਤ ਕਰਨੀ ਹੈ ਔਰ ਜ਼ੁਲਮ ਨੂੰ ਰੋਕਣ ਦੀ। ਜਿੱਥੇ ਜ਼ਬਰ ਤੇ ਜ਼ੁਲਮ ਹੁੰਦਾ ਹੈ ਉਹਦੇ ਸਾਹਮਣੇ ਕਿਵੇਂ ਖਲੋਣਾ ਹੈ ਇਹ ਸਾਨੂੰ ਇਤਿਹਾਸ ਸਾਡਾ ਸਿੱਖਿਆ ਦਿੰਦਾ ਹੈ। ਤੋ ਆਪਾਂ ਅੱਗੇ ਲੜੀਵਾਰ ਇਤਿਹਾਸ ਕੁਝ 8 ਪੋਹ ਵਾਲਾ ਹੈ ਤੇ ਕੁਝ 8 ਪੋਹ ਦੀ ਰਾਤ ਵਾਲਾ ਇਤਿਹਾਸ ਆਪਾਂ ਅੱਜ ਵਿਚਾਰ ਰਹੇ ਹਾਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਧਿਆਨ ਧਰਦਿਆਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹੱਲਾ ਕਰ ਭੀੜ ਪਈ ਸਾਰੇ ਕਿਲੇ ਵਾਲੇ ਆਏ। ਜਦੋਂ ਬਹੁਤ ਹੱਲਾ ਕੀਤਾ ਨਾ 8 ਪੋਹ ਵਾਲੇ ਦਿਨ ਤੇ ਫੌਜ ਇਹ ਕੱਚੀ ਹਵੇਲੀ ਵੱਲ, ਜਿਹਨੂੰ ਕੱਚੀ ਗੜੀ ਆਖਿਆ ਜਾਂਦਾ, ਚਮਕੌਰ ਦੀ ਉਹ ਹਵੇਲੀ ਉੱਚੇ ਥਾਂ ਤੇ, ਸਾਰੇ ਉਸ ਕਿਲੇ ਵੱਲ ਆਏ। ਉਸ ਹਵੇਲੀ ਵੱਲ ਆਏ ਜਿਹਨੂੰ ਮਹਾਰਾਜ ਨੇ ਕਿਲੇ ਦਾ ਰੂਪ ਦਿੱਤਾ ਹੈ। 10,000 ਤੀਰ ਗੁਰ ਵਿੰਨ ਕੇ ਲੰਘਾਇਆ ਤੇ 10,000 ਦੇ ਤਾਣੀ ਮਹਾਰਾਜ ਸਾਹਿਬ ਜੀ ਨੇ ਆਪਣਾ ਤੀਰ ਵਿੰਨ ਕੇ ਲੰਘਾ ਦਿੱਤਾ ਹੈ। ਇੱਕੇ ਤੀਰ ਨਾਲ ਹੀ ਇੰਨੀ ਫੌਜ ਢੇਰੀ ਕਰ ਦਿੱਤੀ ਹੈ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਵੀ 1.25 ਲੱਖ ਸੇਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਾਊਂ, ਉਹਨਾਂ ਸਤਿਗੁਰਾਂ ਨੇ
ख्वाजा मरदूद पाजी कंध ओले होए डरे। ये ख्वाजा मरदूद ये भी पौड़ी ला के तां इन्हें सिरी जी कढ़ी ही ਜਦੋਂ ਮਹਾਰਾਜ ਸਾਹਿਬ ਜੀ ਨੇ ਤੀਰ ਚੜਾਇਆ ਨਾ ਆਪਣੇ ਕਮਾਨ ਦੇ ਉੱਤੇ, ਤੇ ਮਹਾਰਾਜ ਦਾ ਤੀਰ ਵੇਖ ਕੇ ਤੇ ਪੌੜੀ ਤੋਂ ਹੀ ਛਲਾਂਗ ਲਾ ਗਿਆ ਗੜੀ ਤੋਂ। ਜਫਰਨਾਮੇ 'ਚ ਵੀ ਮਹਾਰਾਜ ਨੇ ਲਿਖਿਆ ਵੀ ਔਰੰਗਜ਼ੇਬ ਇਹੋ ਜਿਹੇ ਤੇਰੇ ਬਹਾਦਰ ਸੂਰਮੇ ਜਰਨੈਲ ਜਿਨ੍ਹਾਂ ਨੂੰ ਤੂੰ ਥਾਪ ਕੇ ਭੇਜਿਆ, ਜੇ ਕਿਤੇ ਸਾਹਮਣੇ ਖਲੋ ਜਾਂਦਾ ਛਾਲ ਨਾ ਲਾਉਂਦਾ ਤੇ ਮਹਾਰਾਜ ਕਹਿੰਦੇ ਇੱਕ ਤੀਰ ਅਸੀਂ ਇਹਨੂੰ ਵੀ ਬਖਸ਼ ਦੇਣਾ ਸੀ। ਉਹ ਕੰਧ ਉੱਲੇ ਹੋ ਕੇ ਡਰ ਕੇ ਬਚਿਆ। ਡਰ ਦਾ ਮੈਦਾਨ ਤਜ ਵਜੀਦਾ ਭੀ ਸਿਧਾਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਤੋਂ ਡਰਦਾ ਹੋਇਆ ਸਰਹੰਦ ਦਾ ਸੂਬਾ ਵਜੀਦਾ ਉਹਨੇ ਪਿਛਾ ਭੌਂਕੇ ਨਹੀਂ ਵੇਖਿਆ। ਉਹ ਆਪਦਾ ਹਾਥੀ ਭਜਾ ਕੇ ਉਹ ਪਿਛਲੇ ਪਾਸੇ ਦੂਰ ਲੈ ਗਿਆ। ਭੀਮ ਚੰਦ ਫੱਟੜ ਹੋ ਘਰ ਜਾਂਦੇ ਮੌਤ ਹੋਈ। 22 ਧਾਰ ਦੇ ਰਾਜਿਆਂ ਵਿੱਚੋਂ ਜਿਹੜਾ ਵੱਡਾ ਰਾਜਾ ਭੀਮ ਚੰਦ ਸੀ ਉਹ ਵੀ ਇਸ ਜੰਗ ਦੇ ਵਿੱਚ ਫੱਟੜ ਹੋ ਗਿਆ ਤੇ ਘਰੇ ਜਾਂਦਿਆਂ ਉਹਦੀ ਮੌਤ ਹੋ ਗਈ। ਫੱਟ ਬਹੁਤੇ ਲੱਗੇ ਸੀ, ਭੀਮ ਚੰਦ ਵੀ ਮਾਰਿਆ ਗਿਆ ਘਰੇ ਜਾਂਦਿਆਂ। ਜੇਰ ਦਸਤ ਸੂਬਾ ਹੋਏ ਜ਼ਖਮੀ ਭਜਾਇਆ। ਜਿਹੜਾ ਲਾਹੌਰ ਦਾ ਸੂਬਾ ਸੀ ਜੇਰ ਦਸਤ ਉਹ ਵੀ ਜ਼ਖਮੀ ਹੋ ਗਿਆ ਤੇ ਐਸੀ ਗੁਰੂ ਕੇ ਖਾਲਸੇ ਦੀ ਮਾਰ ਪਈ ਉਹਨਾਂ ਤੇ, ਉਹ ਜ਼ਖਮੀ ਹੋ ਗਿਆ ਤੇ ਉਹ ਵੀ ਭੱਜ ਗਿਆ, ਭਜਾ ਦਿੱਤਾ ਇਸ ਜੰਗ ਦੇ ਵਿੱਚ। ਨਾਹਰ ਖਾਂ ਚੜ੍ਹ ਆਇਆ ਛਾਤੀ ਮੇ ਲਗਾਇਆ ਤੀਰ। ਪੌੜੀ ਲਾ ਕੇ ਗੜੀ ਦੇ ਵਿੱਚ ਤਾਂ ਚੜ੍ਹ ਕੇ ਆਇਆ ਵੀ ਮੈਂ ਅੰਦਰ ਛਾਲ ਮਾਰ ਕੇ ਜਾਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੱਥੋਂ ਹੱਥੀ ਫੜ ਲਾਂਗੇ। ਜਦੋਂ ਨਾਹਰ ਖਾਂ ਚੜ੍ਹ ਕੇ ਆਇਆ ਤੇ ਸਤਿਗੁਰੂ ਜੀ ਨੇ ਤੀਰ ਛੱਡਿਆ ਅਗਲੇ ਪਾਸਿਓਂ ਤੇ ਪਿਛਾਂ ਦੀ ਪਿਛਾਂ ਹੀ ਡਿੱਗ ਪਿਆ। ਏਕ ਸਭ ਦੱਬ ਰਹੇ ਅੱਗੇ ਨਹਿ ਜਾਇਆ। ਇਹ ਸਭ ਕੁਝ ਵੇਖ ਕੇ ਸਾਰੇ ਦੱਬ ਗਏ ਤੇ ਫਿਰ ਅੱਗੇ ਗੜੀ ਵੱਲ ਨੂੰ ਕੋਈ ਨਹੀਂ ਚੜ੍ਹ ਕੇ ਆਇਆ। ਇਸ ਤਰੀਕੇ ਦੇ ਨਾਲ ਇਹ 8 ਪੋਹ ਦਾ ਸਾਰਾ ਦਿਨ 1704 ਈਸਵੀ ਨੂੰ 8 ਪੋਹ ਦਾ ਦਿਨ 1761 ਬਿਕਰਮੀ ਸੰਮਤ ਨੂੰ ਜੰਗ ਹੋਇਆ। ਇਹਦੇ ਵਿੱਚ ਵੱਡੇ ਸਾਹਿਬਜ਼ਾਦੇ 3 ਪਿਆਰੇ ਤੇ ਸਿੰਘ ਸ਼ਹੀਦ ਹੋਏ। ਹੁਣ 8 ਪੋਹ ਦੀ ਸ਼ਾਮ ਪੈ ਗਈ ਹੈ, ਰਾਤ ਦਾ ਸਮਾਂ ਹੋ ਗਿਆ। ਸਿੰਘਾਂ ਬਿਨੈ ਕਰੀ ਤਬ ਤਜਿਓ ਚਮਕੌਰ ਗੁਰ। 5 ਸਿੰਘਾਂ ਨੇ ਆ ਕੇ ਬੇਨਤੀ ਕੀਤੀ ਖਾਲਸੇ ਦੇ ਰੂਪ ਵਿੱਚ, 5 ਸਿੰਘਾਂ ਦੇ ਰੂਪ ਵਿੱਚ ਕਿ ਮਹਾਰਾਜ ਸਾਡੀ ਬੇਨਤੀ ਹੈ ਖਾਲਸੇ ਦੀ ਕਿ ਤੁਸੀਂ ਇਹ ਚਮਕੌਰ ਦੀ ਜੰਗ ਇਹ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਜੰਗ ਚਾਹੇ ਜਾਵਣਾ ਨਾ ਭਾਵਦੇ। ਗੁਰੂ ਸਾਹਿਬ ਜੀ ਜੰਗ ਕਰਨਾ ਚਾਹੁੰਦੇ ਆ, ਜਾਣਾ ਨਹੀਂ ਚਾਹੁੰਦੇ। ਮਹਾਰਾਜ ਕਹਿੰਦੇ ਸਿੰਘੋ ਸਵੇਰੇ 9 ਪੋਹ ਦਾ ਦਿਨ ਚੜ੍ਹੇਗਾ ਤੇ ਅਸੀਂ ਆਪ ਜੰਗ ਕਰਾਂਗੇ। ਜਾਣਾ ਨਹੀਂ ਚਾਹੁੰਦੇ ਮਹਾਰਾਜ। ਬਹੁ ਬਿਨੈ ਸਿੰਘਾ ਕਰੀ ਗੁਰੂ ਕਿਰਪਾਲ ਭਏ। ਸਿੰਘਾਂ ਨੇ ਬਹੁਤੀ ਬੇਨਤੀ ਕੀਤੀ ਤੇ ਗੁਰੂ ਸਾਹਿਬ ਜੀ ਫਿਰ ਕਿਰਪਾਲੂ ਹੋਏ। ਬ੍ਰਹਮ ਗਿਆਨ ਮਗਨ ਨਿਰਵੈਰ ਹੀ ਰਹਾਵਦੇ। ਮਹਾਰਾਜ ਬ੍ਰਹਮ ਗਿਆਨ ਵਿੱਚ ਮਗਨ ਹਨ ਤੇ ਸਦਾ ਨਿਰਵੈਰ ਹਨ ਗਰੀਬ ਨਵਾਜ। ਕਿਸੇ ਨਾਲ ਵੈਰ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। 1.25 ਤੋਲਾ ਸੋਨਾ ਲੱਗਾ ਹੋਇਆ ਤੀਰਾਂ ਨੂੰ ਇਹੀ ਦੱਸਦਾ। ਜਿਹੜਾ ਹੁਣ ਜ਼ੁਲਮ ਕਰਦਾ ਚੜ੍ਹ ਕੇ ਆ ਗਿਆ ਉਸ ਨੂੰ ਤੇ ਫਿਰ ਪ੍ਰਸ਼ਾਦ ਦੇਣਾ ਹੀ ਹੈ ਨਾ। ਗਰੀਬ ਨਵਾਜ ਮਗਨ ਹਨ ਬ੍ਰਹਮ ਗਿਆਨ ਦੇ ਵਿੱਚ, ਨਿਰਵੈਰ ਰਹਿੰਦੇ ਸਦਾ, ਨਿਰਭਉ ਤੇ ਨਿਰਵੈਰ ਸਤਿਗੁਰੂ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਸੂਰੇ। ਇਹ ਗੁਰੂ ਕੇ ਸੂਰਮੇ ਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ। ਭਾਈ ਸੰਗਤ ਸਿੰਘ ਤਾਈ ਇੱਕ ਥਾਂ ਬਿਠਾਵਦੇ। ਚੌਥੇ ਆ ਭਾਈ ਸੰਗਤ ਸਿੰਘ ਜੀ, ਇਹਨਾਂ ਨੂੰ ਇੱਕ ਥਾਂ ਬਿਠਾਉਂਦੇ ਆ ਫਿਰ ਗੜੀ ਦੇ ਵਿੱਚ 8 ਪੋਹ ਦੀ ਰਾਤ ਨੂੰ। ਪੰਚੋ ਸਿੰਘ, ਪੰਚੋ ਸੰਤ ਸਿੰਘ ਦਸਤਾਰ ਦੇ ਬਚਨ ਕਿਹਾ। 5ਵੇਂ ਆ ਭਾਈ ਸੰਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਨੂੰ ਆਪਣੀ ਦਸਤਾਰ ਦਿੱਤੀ ਮਹਾਰਾਜ ਨੇ ਤੇ ਬਚਨ ਆਖਿਆ ਖਾਲਸਾ ਗੁਰੂ ਹੈ ਗੁਰੂ ਖਾਲਸਾ ਸਦਾਮ ਦੇ। ਵੀ ਗੁਰੂ ਖਾਲਸਾ ਹੈ ਤੇ ਖਾਲਸਾ ਗੁਰੂ ਹੈ। ਇਹਨਾਂ 5 ਸਿੰਘਾਂ ਨੂੰ ਮਹਾਰਾਜ ਸਾਹਿਬ ਜੀ ਨੇ ਗੜੀ ਦੇ ਵਿੱਚ ਮਾਣ ਸਨਮਾਨ ਦਿੱਤਾ। ਜਿਵੇਂ ਆਨੰਦਪੁਰ ਸਾਹਿਬ ਖਾਲਸੇ ਦੀ ਸਿਰਜਣਾ ਕੀਤੀ ਸੀ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ ਤੇ ਪਿਆਰੇ ਸਾਹਿਬ ਸਿੰਘ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਆਰੇ ਆਖਿਆ ਤੇ ਖਾਲਸਾ ਆਖਿਆ।
ਤੇ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ ਸੀ। ਤੇ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਉੱਥੇ ਵੀ ਬਚਨ ਕਹੇ ਸੀ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਹੁਣ ਇਹ ਗੜੀ ਦੇ ਵਿੱਚ ਵੀ ਖਾਲਸੇ ਨੂੰ ਮਹਾਰਾਜ ਸਾਹਿਬ ਜੀ ਨੇ ਗੁਰਿਆਈ ਦਿੱਤੀ ਹੈ। ਇੱਕ ਗੁਰਿਆਈ ਆਪਣੀ ਸਤਿਗੁਰੂ ਜੀ ਨੇ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਟਿਕਾ ਕੇ 1708 ਈਸਵੀ ਸਨ ਨੰਦੇੜ ਦੀ ਧਰਤੀ ਮਹਾਰਾਸ਼ਟਰ ਦੇ ਵਿੱਚ ਅਬਚਲ ਨਗਰ ਸ੍ਰੀ ਹਜੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ। ਆਪਣੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਪਰ ਜੋ ਸਰੀਰਕ ਤੌਰ ਤੇ ਜਿਵੇਂ ਸਤਿਗੁਰੂ ਜੀ ਜੰਗ ਯੁੱਧ ਕਰਦੇ ਹਨ, ਇਸ ਤਰ੍ਹਾਂ ਅੱਗੇ ਜ਼ੁਲਮ ਨੂੰ ਰੋਕਣਾ, ਜੰਗ ਯੁੱਧ ਕਰਨੇ, ਅੱਗੇ ਜਿਹੜੀ ਜੁਗਤ ਹੈ ਉਹ ਸੰਸਾਰ ਵਿੱਚ ਵਰਤਾਉਣੀ, ਉਹ ਆਪਣੀ ਸਤਿਗੁਰੂ ਜੀ ਨੇ ਸਰੀਰਕ ਗੁਰਿਆਈ, ਉਹ ਆਪਣਾ ਬਾਣੀ ਦੇ ਨਾਲ ਬਾਣਾ ਜੋ ਹੈ ਉਹ ਖਾਲਸੇ ਨੂੰ ਆਪਣਾ ਬਾਹਰੀ ਰੂਪ ਮਹਾਰਾਜ ਨੇ ਬਖਸ਼ਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੁਰਿਆਈ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਨੇ, ਤੇ ਖਾਲਸੇ ਪੰਥ ਨੂੰ ਵੀ ਗੁਰਿਆਈ ਦਿੱਤੀ ਹੈ। ਇਹ ਗੜੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਗੁਰੂ ਆਖਿਆ ਹੈ। ਆਖਿਆ ਵੀ ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ ਹੈ। ਵੀ ਜਿਵੇਂ ਮਹਾਰਾਜ ਨੇ ਆਖਿਆ ਵੀ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਵੀ ਗੁਰੂ ਸਾਹਿਬ ਬਾਣੀ ਤੇ ਬਾਣੀ ਗੁਰੂ ਸਾਹਿਬ ਹੈ, ਇੱਕ ਰੂਪ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਖਾਲਸੇ ਦਾ ਰੂਪ ਆ ਤੇ ਖਾਲਸਾ ਗੁਰੂ ਦਾ ਰੂਪ ਹੈ, ਇੱਕ ਰੂਪ ਹੈ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਸਦਾਮ ਦੇ। ਇਹਨਾਂ ਪੰਜਾਂ ਸਿੰਘਾਂ ਨੂੰ ਵਡਿਆਈ ਦਿੱਤੀ ਮਹਾਰਾਜ ਸਾਹਿਬ ਜੀ ਨੇ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਇਹ ਪੰਜਾਂ ਪਿਆਰਿਆਂ ਵਿੱਚੋਂ ਸਨ। ਤੀਸਰੇ ਭਾਈ ਮਾਨ ਸਿੰਘ, ਚੌਥੇ ਭਾਈ ਸੰਗਤ ਸਿੰਘ ਤੇ ਪੰਜਵੇਂ ਭਾਈ ਸੰਤ ਸਿੰਘ। ਪੰਜਾਂ ਦੇ ਵਿੱਚੋਂ ਇੱਕ ਸਿੰਘ ਦੇ ਸੀਸ ਤੇ ਦਸਤਾਰ ਕਲਗੀ ਜਗ੍ਹਾ ਮਹਾਰਾਜ ਨੇ ਸਜਾਈ ਹੈ। ਆਪਣੀ ਦਸਤਾਰ, ਆਪਣੀ ਕਲਗੀ, ਆਪਣੀ ਜਗ੍ਹਾ, ਕਮਰ ਕੱਸਾ ਲਵਾਇਆ, ਪਰਿਕਰਮਾ ਕੀਤੀਆਂ। ਪਰ ਵਡਿਆਈ ਪੰਜਾਂ ਨੂੰ ਹੀ ਦਿੱਤੀ ਹੈ। ਕਿਵੇਂ ਮਹਾਰਾਜ ਸਾਹਿਬ ਜੀ ਨੇ ਗੜੀ ਦੇ ਵਿੱਚ ਪੰਜਾਂ ਨੂੰ ਵਡਿਆਈ ਦਿੱਤੀ ਸੀ, ਇਹਦੀ ਇੱਕ ਗਾਥਾ ਆਪਾਂ ਵੱਖਰੇ ਰੂਪ ਦੇ ਵਿੱਚ ਵੀ ਇਹ ਪ੍ਰਕਰਨ ਸਰਵਣ ਕਰਾਂਗੇ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਹੋਰ ਬਚਨ ਕਹੇ, ਪੰਚੋ ਰਹਿਣੀ ਸੰਗ ਮਿਲੈ, ਗੁਰ ਰੂਪ ਜਾਣ ਭਲੇ। ਵੀ ਪੰਜ ਜੇ ਰਹਿਤ ਬਹਿਤ ਦੇ ਵਿੱਚ ਉਹ ਮਿਲਣਾ ਤੇ ਸਾਡਾ ਰੂਪ ਜਾਣੋ, ਗੁਰੂ ਕਾ ਰੂਪ ਜਾਣੋ। ਕਲਗੀ ਦਸਤਾਰ ਸੰਤ ਸਿੰਘ ਜਥੇਦਾਰ ਹੈ। ਪੰਜਾਂ ਸਿੰਘਾਂ ਦੇ ਵਿੱਚੋਂ ਭਾਈ ਸੰਤ ਸਿੰਘ ਦੇ ਸੀਸ ਤੇ ਦਸਤਾਰ ਤੇ ਕਲਗੀ ਸਜਾ ਕੇ ਆਖਿਆ ਵੀ ਇਹ ਹੁਣ ਇੱਥੇ ਜਥੇਦਾਰ ਹਨ। ਰਹਿ ਚਮਕੌਰ ਇਹੋ ਸੀਸ ਧਰਮ ਹਿੱਤ ਲਾਵੇ। ਇਹ ਭਾਈ ਸੰਤ ਸਿੰਘ ਜੀ ਇੱਥੇ ਚਮਕੌਰ ਦੀ ਗੜੀ ਵਿੱਚ ਰਹਿਣਗੇ ਤੇ ਧਰਮ ਦੇ ਵਾਸਤੇ ਆਪਣਾ ਸੀਸ ਲਾਉਣਗੇ। ਕੋਠਾ ਸਿੰਘ ਮਦਨ ਸਿੰਘ ਰਹਿ ਸੰਗ ਪਿਆਰ ਹੈ। ਭਾਈ ਕੋਠਾ ਸਿੰਘ, ਭਾਈ ਮਦਨ ਸਿੰਘ ਜੀ ਵੀ ਇੱਥੇ ਨਾਲ ਪਿਆਰ ਦੇ ਰਹਿਣਗੇ, ਜੰਗ ਕਰਨਗੇ। ਸੰਗਤ ਸਿੰਘ ਜੱਗਾ ਸਿੰਘ ਪੰਚੋ ਇਹੋ ਸ਼ਹੀਦੀ ਲੈ। ਭਾਈ ਸੰਗਤ ਸਿੰਘ ਤੇ ਭਾਈ ਜੱਗਾ ਸਿੰਘ, ਇਹ ਪੰਜੇ ਸਿੰਘ ਜਿਹੜੇ ਹਨ ਇੱਥੇ ਸ਼ਹੀਦੀ ਪ੍ਰਾਪਤ ਕਰਨਗੇ। ਭਾਈ ਸੰਤ ਸਿੰਘ ਜੀ, ਭਾਈ ਕੋਠਾ ਸਿੰਘ ਜੀ, ਭਾਈ ਮਦਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਭਾਈ ਜੱਗਾ ਸਿੰਘ ਜੀ, ਇਹ ਪੰਜ ਹੋ ਗਏ। ਮਾਨ ਸਿੰਘ, ਧਰਮ ਸਿੰਘ, ਦਇਆ ਸਿੰਘ ਧਾਰ ਹੈ। ਤੇ ਇਹ ਜਿਹੜੇ ਤਿੰਨ ਸਿੰਘ ਹਨ ਇਹ ਸਾਡੇ ਨਾਲ ਚੱਲਣਗੇ। ਤਿੰਨ ਸਿੰਘ ਨਾਲ ਚੱਲੈ, ਪੰਜ ਗੜੀ ਬੀਚ ਲੜੈ। ਜੋ ਪੰਜ ਜਿਨ੍ਹਾਂ ਦਾ ਪਿੱਛੇ ਨਾਮ ਆ ਗਿਆ, ਮਹਾਰਾਜ ਕਹਿੰਦੇ ਵੀ ਇਹ ਪੰਜ ਗੜੀ ਵਿੱਚ ਲੜਨਗੇ ਤੇ ਤਿੰਨ ਸਿੰਘ ਸਾਡੇ ਨਾਲ ਚੱਲਣਗੇ। ਅਸੀਂ ਜਦੋਂ ਇਹ ਗੜੀ ਨੂੰ ਛੱਡ ਕੇ ਜਾਣਾ, ਖਾਲਸੇ ਦਾ ਬਚਨ ਮੰਨ ਕੇ ਹੁਣ। ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਤੇ ਭਾਈ ਮਾਨ ਸਿੰਘ, ਇਹ ਤਿੰਨੇ ਸਿੰਘ ਸਾਡੇ ਨਾਲ ਚੱਲਣਗੇ। ਸੀਸ ਕੋ ਨਿਵਾਏ ਗੁਰ ਫਤਿਹ ਕੋ ਉਚਾਰ ਹੈ। ਇਹਨਾਂ ਸਿੰਘਾਂ ਨੂੰ ਸੀਸ ਝੁਕਾ ਕੇ ਗੁਰੂ ਸਾਹਿਬ ਜੀ ਨੇ ਫਤਿਹ ਬੁਲਾਈ ਹੈ। ਪਰਿਕਰਮਾ ਵੀ ਕੀਤੀਆਂ ਪੰਜਾਂ ਸਿੰਘਾਂ ਦੀਆਂ ਮਹਾਰਾਜ ਨੇ। ਤੇ ਫਿਰ ਸਤਿਗੁਰੂ ਜੀ ਨੇ ਆਪਣਾ ਸਭ ਕੁਝ ਸੌਂਪ ਕੇ ਖਾਲਸੇ ਨੂੰ ਤੇ ਫਿਰ ਫਤਿਹ ਗਜਾਈ। ਆਖਿਆ ਸਿੰਘੋ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਜਗ ਥਾਨ ਗੁਰੂ ਪੀਰ ਹਿੰਦ ਵਿਚਰੇ ਹੈ। ਫਿਰ ਜੰਗ ਵਾਲੀ ਥਾਂ ਤੇ ਆ ਗਏ ਗੜੀ ਛੱਡ ਕੇ। ਉੱਥੇ ਮਹਾਰਾਜ ਨੇ ਉੱਚੀ ਜਕਾਰੇ ਬੁਲਾਏ, ਉੱਚੀ ਟਿੱਬੀ ਤੇ ਆ ਕੇ ਤੇ ਆਖਿਆ ਵੀ ਹਿੰਦ ਦਾ ਪੀਰ ਵਿਚਰ ਰਿਹਾ ਜਾ ਰਿਹਾ ਹੈ, ਜਿਸ ਦੇ ਵਿੱਚ ਬਾਲ ਹੈ ਤੇ ਆਓ ਫੜ ਲਓ।
ਤਾੜੀ ਕੋ ਮਾਰ ਖਵਾਜੇ ਤਾਈ ਸੋ ਵੰਗਾਰ ਦੇ। ਤੇ ਮਹਾਰਾਜ ਨੇ ਉੱਚੀ ਟਿੱਬੀ ਤੇ ਉੱਥੇ ਤਾੜੀ ਵੀ ਮਾਰੀ ਜਿੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ। ਵੰਗਾਰ ਦੇ ਸਤਿਗੁਰੂ ਜੀ ਖਵਾਜੇ ਮਰਦੂਦ ਨੂੰ। 18,000 ਫਿਰਦੇ ਸੀ ਹਾਥ ਮੇ ਮਿਸਾਲ ਲਈ। 18,000 ਕਹਿੰਦੇ ਰਾਤ ਨੂੰ ਮਿਸਾਲਾਂ ਜਗਦੀਆਂ ਸੀ ਉੱਥੇ ਚਾਨਣ ਕਰਨ ਵਾਸਤੇ। ਉਹਨਾਂ ਦਿਨਾਂ ਜੋ ਚਾਨਣ ਦਾ ਪ੍ਰਬੰਧ ਹੁੰਦਾ ਸੀ। ਮਾਰ ਤੀਰ ਦਿੱਤੀਆਂ ਬੁਝਾਏ ਸੋ ਪੁਕਾਰ ਦੇ। ਤੀਰ ਮਾਰ ਮਾਰ ਕੇ ਮਹਾਰਾਜ ਨੇ ਮਿਸਾਲਾਂ ਕਈ ਬੁਝਾ ਦਿੱਤੀਆਂ। ਭੱਜ ਦੌੜ ਮਚ ਗਈ। ਆਮ ਕਤਲਾਮ ਚਾਲੀ ਵਜੀਦਾ ਤੇ ਖਵਾਜਾ ਭੱਜੇ। ਆਮ ਹੀ ਆਪਸ ਵਿੱਚ ਹੀ ਕਤਲੇਆਮ ਚੱਲ ਪਈ ਰਾਤ ਦੇ ਮੌਕੇ ਤੇ। ਵਜੀਦਾ ਵੀ ਭੱਜ ਗਿਆ ਸਰਹੰਦ ਦਾ ਸੂਬਾ ਤੇ ਦਿੱਲੀਓਂ ਆਇਆ ਖਵਾਜਾ ਵੀ ਭੱਜ ਗਿਆ, ਪਿਛਾਂ ਹੋ ਗਿਆ। 3 ਕੋਸ ਪਰ ਗਏ ਭੈ ਮਨ ਧਾਰ ਦੇ। 3 ਕੋਹਾਂ ਤੀਕ ਭੱਜੇ ਗਏ ਪਿਛਾਂ ਜਦੋਂ ਆਮ ਕਤਲੇਆਮ ਚੱਲ ਪਈ। ਕਿਆਮਤ ਕੀ ਰਾਤ ਆਈ ਮਰੇ ਆਪ ਮਾਹੇ ਭਾਈ। ਇਹ 8 ਪੋਹ ਦੀ ਰਾਤ ਨੂੰ ਫਿਰ ਆਪਸ ਵਿੱਚ ਹੀ ਲੜਾਈ ਝਗੜਾ ਕਰਕੇ ਭਾਈ ਭਾਈ ਨੂੰ ਮਾਰਨ ਲੱਗ ਪਿਆ। ਭਾਜੇ ਜੋ ਬਚੇ ਬਾਕੀ ਮਰੇ ਦੀਨ ਹਾਰ ਦੇ। ਜਿਨ੍ਹਾਂ ਨੇ ਕਹਿੰਦੇ ਇਹਨਾਂ ਧਰਮ ਤਿਆਗਿਆ ਹੈ, ਜਿਹੜੇ ਉੱਥੋਂ ਭੱਜੇ ਉਹ ਬਚੇ, ਬਾਕੀ ਆਪਸ ਵਿੱਚ ਲੜ ਲੜ ਮਰਨ ਲੱਗੇ। ਕਾਇਰ ਹੋ ਭਾਜ ਗਏ ਖਾਲੀ ਸੋ ਮੈਦਾਨ ਵੇਖ। ਕਾਇਰ ਹੋ ਕੇ ਪਿਛਾਂ ਭੱਜ ਗਏ ਤੇ ਖਾਲੀ ਮੈਦਾਨ ਵੇਖਿਆ। ਮਗਰ ਨਾ ਜਾਣਾ ਚੰਗਾ ਗੁਰਾਂ ਨੇ ਵਿਚਾਰਿਆ। ਇਹਨਾਂ ਦੇ ਮਗਰ ਜਾਣਾ ਚੰਗਾ ਨਹੀਂ ਹੈ। ਗੁਰੂ ਸਾਹਿਬ ਜੀ ਨੇ ਐਸੀ ਵਿਚਾਰ ਕੀਤੀ। ਫਤਿਹ ਦਸ਼ਮੇਸ਼ ਭਾਈ ਗੜੀ ਵਿੱਚ ਸਿੰਘਾਂ ਲਖੀ। ਜਿਹੜੇ ਪਿੱਛੇ ਗੜੀ ਵਿੱਚ ਸਿੰਘ ਹਨ ਉਹਨਾਂ ਉੱਥੇ ਜਕਾਰੇ ਬੁਲਾਏ ਵੀ ਗੁਰੂ ਸਾਹਿਬ ਜੀ ਦੁਸ਼ਮਣ ਦੀ ਫੌਜ ਨੂੰ ਚੀਰਦਿਆਂ ਹੋਇਆਂ ਨਿਕਲ ਗਏ ਆ ਤੇ ਸਤਿਗੁਰਾਂ ਦੀ ਫਤਿਹ ਹੋ ਗਈ ਹੈ। ਤੁਰਕਾਂ ਕੀ ਹਾਰ ਗੁਰ ਕੀਤੀ ਜੰਗ ਭਾਰਿਆ। ਇਸ ਤਰ੍ਹਾਂ ਤੁਰਕਾਂ ਦੀ ਹਾਰ ਹੋਈ। ਭਾਰੀ ਜੰਗ ਦਸ਼ਮੇਸ਼ ਪਿਤਾ ਜੀ ਨੇ ਕੀਤਾ। ਪੁੱਤਰਾਂ ਦੇ ਦਾਨੀ ਨੇ, ਅੰਮ੍ਰਿਤ ਕੇ ਦਾਤੇ ਨੇ, ਪੰਥ ਕੇ ਵਾਲੀ ਸਤਿਗੁਰੂ ਨੇ। ਸਤਿਗੁਰ ਚੱਲੇ ਤਬ ਜੰਡ ਸਾਹਿਬ ਆਏ ਤੇਰੇ। ਸਤਿਗੁਰੂ ਜੀ ਉੱਥੋਂ ਚੱਲੇ ਤੇ ਫਿਰ ਇੱਧਰ ਜੰਡ ਸਾਹਿਬ ਜਿੱਥੇ ਅਸਥਾਨ ਇੱਥੇ ਆ ਕੇ ਟਿਕੇ। ਮੇਹੀ ਪਾਲ ਦੰਦ ਭੰਨ ਝਾੜ ਸਾਹਿਬ ਤਾਰਿਆ। ਜੋ ਇੱਧਰਲੇ ਪਾਸੇ ਅਸਥਾਨ ਮਹਾਰਾਜ ਸਾਹਿਬ ਇੱਥੇ ਵਿਚਰੇ। ਜੰਗਲ ਸੀ ਉਦੋਂ ਸਾਰਾ। ਮਾਛੀਵਾੜੇ ਆਏ ਟਿਕੇ ਟਿੰਡ ਕਾ ਸਿਰਹਾਣਾ ਕਰ। ਮਾਛੀਵਾੜੇ ਆਏ ਮਹਾਰਾਜ ਸਾਹਿਬ ਜਦੋਂ ਚਮਕੌਰ ਤੋਂ ਤੁਰੇ ਸੀ ਤੇ ਆਖਿਆ ਸੀ ਸਿੰਘੋ ਵੀ ਆ ਤਾਰੇ ਦੀ ਸਿਹਤ ਰੱਖ ਕੇ ਮਾਛੀਵਾੜੇ ਦੇ ਜੰਗਲ ਵਿੱਚ ਆ ਜਾਣਾ। ਹੁਣ ਇੱਥੇ ਆ ਕੇ ਮਹਾਰਾਜ ਨੇ ਜਲ ਵੀ ਛਕਿਆ। ਉਹ ਟਿੰਡ ਖੋਲ ਕੇ ਖੂਹ ਤੋਂ, ਖੂਹ ਦੀਆਂ ਟਿੰਡਾਂ ਹੁੰਦੀਆਂ ਨਾ, ਉਹ ਮਿੱਟੀ ਦੀਆਂ ਸੀ ਉਹਨਾਂ ਦਿਨਾਂ 'ਚ। ਤੇ ਉਹ ਫਿਰ ਜਲ ਛਕ ਕੇ ਤੇ ਸਤਿਗੁਰੂ ਸਾਹਿਬ ਜੀ ਉਹ ਟਿੰਡ ਲੈ ਕੇ ਥੋੜ੍ਹੀ ਦੂਰ ਤੇ ਆ ਕੇ ਉਹ ਟਿੰਡ ਦਾ ਸਿਰਹਾਣਾ ਲਾ ਕੇ ਕੁਝ ਸਮਾਂ ਆਰਾਮ ਵੀ ਕੀਤਾ। ਦੁੱਖ ਸੁੱਖ ਸਮਝਰੇ ਇੱਕ ਰਸ ਸਾਰਿਆ। ਤੇ ਦੁੱਖ ਸੁੱਖ ਦੇ ਵਿੱਚ ਬਰਾਬਰ ਸਤਿਗੁਰੂ ਜੀ। ਇੱਕ ਰਸ ਮਹਾਰਾਜ ਸਾਹਿਬ ਜੀ ਸਦਾ ਰਹਿਣ ਵਾਲੇ। ਜੋ ਬਾਣੀ ਦੇ ਵਿੱਚ ਉਚਾਰਿਆ ਮਹਾਰਾਜ ਨੇ ਨਾਵੇਂ ਸਰੂਪ ਵਿੱਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ। ਸਤਿਗੁਰਾਂ ਦੀ ਤੇ ਸੁਤੇ ਹੀ ਐਸੀ ਅਵਸਥਾ ਹੈ। ਤਾਰੇ ਦੀ ਸੇਧ 3 ਸਿੰਘ ਗੁਰਾਂ ਆਏ ਮਿਲੇ। ਤਾਰੇ ਦੀ ਸੇਧ ਲੈ ਕੇ 3 ਸਿੰਘ ਆ ਕੇ ਮਿਲੇ। ਦਿਨੇ ਚਮਕੌਰ ਫੌਜ ਸੂਬੇ ਮਿਲ ਆਮਦੇ। ਦਿਨੇ ਫਿਰ ਜਦੋਂ ਦਿਨ ਚੜ੍ਹਦਾ ਉਦੋਂ ਉੱਧਰ ਚਮਕੌਰ ਦੀ ਗੜੀ ਨੂੰ 4 ਚੁਫੇਰੇ ਘੇਰਾ ਪਾ ਕੇ ਤੇ ਜਿਵੇਂ ਉਹ ਹਮਲਾ ਕਰਦੇ ਆ। ਸੂਬੇ ਲਾਹੌਰ ਦਾ ਸੂਬਾ, ਸਰਹੰਦ ਦਾ ਸੂਬਾ। 5 ਸਿੰਘਾਂ ਜੰਗ ਕੀਆ ਲੱਖਾਂ ਕਤਲਾਮ ਥੀਆ। 5 ਸਿੰਘਾਂ ਨੇ ਜੰਗ ਕੀਤਾ ਤੇ ਲੱਖਾਂ ਦੀ ਉੱਥੇ ਕਤਲੇਆਮ ਹੋਈ। ਹੋ ਗਏ ਸ਼ਹੀਦ ਅੰਤ ਫਤਿਹ ਕੋ ਗਜਾਮ ਦੇ। ਜਿਹੜੇ ਗੜੀ ਵਿੱਚ ਸਿੰਘ ਸੀ ਨਾ ਉਹ ਫਿਰ 9 ਪੋਹ ਵਾਲੇ ਦਿਨ ਸ਼ਹੀਦੀਆਂ ਪਾ ਜਾਂਦੇ ਆ। ਮਰਿਆ ਤੁਰਕਾਨਾ ਬਹੁ ਘਰ ਘਰ ਸੋਗ ਥੀਆ। ਬਹੁਤਾ ਤੁਰਕਾਨਾ ਮਰਿਆ ਤੇ ਘਰ ਘਰ ਵਿੱਚ ਸੋਗ ਪੈ ਗਿਆ। ਪਹਾੜੀਆਂ ਕੇ ਮਰਿਆ ਸਿਆਪੇ ਕਰਾਮ ਦੇ। ਬਹੁਤੇ ਪਹਾੜੀ ਸਿਪਾਹੀ ਮਰ ਗਏ। ਉਹਨਾਂ ਘਰਾਂ ਵਿੱਚ ਵੀ ਸਿਆਪੇ ਹੋਣ ਲੱਗ ਪਏ। ਬੀਬੀ ਸ਼ਰਨ ਕੌਰ ਬੀਬੀ ਆਏ ਸਿੰਘ ਸੰਸਕਾਰੇ ਸਭ। ਬੀਬੀ ਸ਼ਰਨ ਕੌਰ ਜੀ ਆਈ। ਉਸਨੇ ਰਾਤ ਦੇ ਮੌਕੇ ਤੇ ਜਿੰਨੇ ਸਿੰਘ ਸ਼ਹੀਦ ਹੋਏ ਚਮਕੌਰ ਦੀ ਜੰਗ ਦੇ ਵਿੱਚ, ਵੱਡੇ ਸਾਹਿਬਜ਼ਾਦੇ, 3 ਪਿਆਰੇ, ਬਾਕੀ ਸਿੰਘ, ਕੱਲੇ ਕੱਲੇ ਸਿੰਘ ਦਾ ਸਰੀਰ ਚੁੱਕ ਕੇ ਇੱਕ ਥਾਂ ਤੇ ਲਿਆਂਦਾ। ਪਵਿੱਤਰ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ 'ਚ ਅਰਦਾਸ ਕਰਕੇ ਤੇ ਗੁਰੂ ਕੀ ਕਿਰਪਾ ਦੇ ਨਾਲ ਰਾਤ ਦੇ ਮੌਕੇ ਤੇ ਉਹ ਕੱਲੀ ਬੀਬੀ ਨੇ ਸਾਰੇ ਸਿੰਘਾਂ ਦੇ, ਸ਼ਰਨ ਕੌਰ ਬੀਬੀ ਨੇ, ਕਈਆਂ ਨੇ ਉਸ ਦਾ ਨਾਮ ਹਰਸ਼ਰਨ ਕੌਰ ਵੀ ਲਿਖਿਆ ਹੈ, ਇੱਥੇ ਸ਼ਰਨ ਕੌਰ ਲਿਖਿਆ ਮਹਾਂਪੁਰਖਾਂ ਨੇ। ਸਾਰੇ ਸਿੰਘਾਂ ਨੂੰ ਇੱਕ ਥਾਂ ਇਕੱਠੇ ਕੀਤਾ, ਲੱਕੜਾਂ ਇਕੱਠੀਆਂ ਕੀਤੀਆਂ ਤੇ ਇੱਕੋ ਹੀ ਚਿਖਾ ਤਿਆਰ ਕਰਕੇ ਸਾਰੇ ਸਿੰਘਾਂ ਦੇ ਪਵਿੱਤਰ ਸਰੀਰ ਕੱਲੀ ਨੇ ਚੁੱਕ ਚੁੱਕ ਕੇ ਉਸ ਚਿਖਾ ਵਿੱਚ ਤੇ ਫਿਰ ਚਿਖਾ ਨੂੰ ਲਾਂਬੂ ਲਾ ਕਰਕੇ ਬਾਣੀ ਪੜ੍ਹਦਿਆਂ ਸਿੰਘਾਂ ਦੇ ਸੰਸਕਾਰ ਕੀਤੇ। ਤੇ ਜਦੋਂ
तुरकां नूं पता लगा भी ये रात के मौके ते इन्नी अग किस तरह मचन लग पई। आके वेखिया ते बीबी ਸਿੰਘਾਂ ਦਾ संस्कार करन लई सारे उस मौके ते उन्हें सारी ये क्रिया कर लई सी। पर फिर उन्होंने आके हमला किया। त्यार बुर त्यार बीबी ही बरछा कोले श्री साहब कोले ते वो जंग करती रही। वो बीबी शरण कौर भी उन्हों का मुकाबला करती रही। आखिरकार बहुते तुरकड़े पै गए तो फिर बीबी नूं फड़ करके ते उस चिखा दे विच ही उन्होंने सुट दिता ते बीबी शरण कौर भी उत्थे शहीदी पा गई। पर उन्हें किड्डी वड्डी सेवा की। उसनों भी नमस्कार जिन्हें साहिबजादियां दा ते ਸਿੰਘਾਂ दा अंतिम संस्कार किया। गुरबाणी गाए आप शहीद होए जाम दे। गुरबाणी गाउंदी हो गुरु की सपुत्री गुरु की धी आप भी शहीदी पा जाती है। 10 लाख मारा जंग खेत को उजाड़ा भंग। इस तरह जंग दे विच जो बहुत वड्डी गिणती दे विच महाराज साहब जी ने इत्थे मार पाई है, क्योंकि 10 लाख ते कल्ली फौज दिल्लीों चढ़ के आई सी। ये बहुत ज़्यादा फौज सी। तो लखां फौज इस जंग दे विच महाराज साहब ते गुरु के ਸਿੰਘਾਂ ने मारी। सूबे भाजे पेख रंग चले गुर तीर है। गुरु के तीरां नूं वेख करके सूबे इत्थों भज गए दौड़ गए। विपता पहाड़ी मारे तुरकां दे दल हारे। इस तरह कहंदे पहाड़ियां ते विपता पई ते तुरकां दे दल भी हार गए। 240 वारे सिंह गुर पीर है। सतगुरु सच्चे पातशाह गुरु पीर गुरु गोबिंद सिंह साहब जी ने 2 साहिबजादे ते 40 सिंह इस तरह इत्थे महाराज साहब जी ने कुर्बान कीते हैं। बौरे होए भाजे सब कर गए मैदान खाली। फिर इत्थों भाजना पै गईयां, मैदान खाली कर दिता। कायरां दे मगर ना गए गुर धीर है। उन्हां डरपोकां दे मगर सतगुरु जी नहीं गए। माछीवाड़े बाग विच सो है दशमेश गुरु। माछीवाड़े दे जंगल दे वैदी हुंदियां अगे भाई गुलाबे दा पंजाबे दा बाग सी, जिहड़ा कदी मसंद होया करदा सी। बाद विच इत्थे अपने घरे रह करके खेती करदा सी माछीवाड़े नगर दे विच। तां उस दे बाग दे विच सतगुरु जी पहुँचे। खालसा सजाए दिता अमृत शीर है। जिन्हां सतगुरां ने खालसा सजाया ते अमृत दी दात दिती है। दोहरा प्यारे पुत्र वार के हिंदन लीन बचाए। गुरु खालसा पंथ कर धन गुरु सुख दाए। अपने प्यारे पुत्र वार के ते सतगुरु साहब जी ने इत्थे हिंद दे पुत्रां नूं बचाया। गुरु के खालसा पंथ ने साजिया। महाराज साहब जी ने खालसे पंथ नूं गुरियाई दिती, खालसा पंथ साजिया। धन सुखां दे दाते श्री गुरु गोबिंद सिंह जी महाराज। श्री गुरमुख प्रकाश ग्रंथे सतगुरु गोबिंद सिंह साहब जी की अवतार तो लेकर के श्री चमकौर साहिब जंग तक संकोच के कथा वर्णनं 10वां अध्याय संपूर्णं। दोहरा 8 पोह के जंग में हिंदन राखी लाज। अजीत सिंह जुझार सिंह शहीद लाल गुर आज। मोहकम सिंह हिम्मत सिंह साहिब सिंह रण धीर। 3 प्यारे संग ही 40 मुक्ते वीर। जदों तारे की सेहत लै करके माछीवाड़े के जंगल दे विच तिन्ने सिंह आए ना, प्यारे दया सिंह प्यारे धर्म सिंह ते भाई मान सिंह जी। ते सतगुरु जी ने सादी जी दस्तार बन्नी सी सीस ते, क्योंकि अपनी दस्तार अपनी जिगा कलगी ते 5 ਸਿੰਘਾਂ नूं दे के आए सन महाराज। ते अपना जोड़ा भी महाराज साहब जी ने गड़ी दे विच ला दिता सी। ये कईयां गुरमुखां ने ऐसा लिखिया भी नहीं, महाराज साहब जी जोड़ा पा करके ही आए सन। और ऐसा भी बचने सीना बसीना जो सुनाया जाता है कि महाराज साहब जी ने जोड़ा ला दिता। ਸਿੰਘਾਂ ने आखिया कि महाराज जोड़ा कातों लाउंदे हो, रात दा हनेरा है, कंडे झाड़ियां ते शस्त्र भी खिलरे पे हैं, कईयां नूं जहर दी पुठ भी आ। तो महाराज कहन लगे सानू भी पता है हनेरा है, जंगल है, झाड़ियां कंडे हैं, शस्त्र भी कृपाना खिलरियां पईयां, नेजे बरछे खिलरे पे।
पर असीं दस देने चाहुंदे हां इत्थे साडा खालसा, साडे सिंह, साडे जानां तो प्यारे शहीद होए आ, जिन्हां दे जंग करदिआं दे दमाले खुੱਲ गए होणगे, जिन्हां दे केस भी कईयां दे खुੱਲੇ होणगे, ते रात दे हनेरे विच जे किसे ਸਿੰਘਾਂ ਦੇ केसां नूं साडा जोड़ा लग गया ते असीं देण कित्थे देवांगे। इन्हां केसां नाल प्यार, साबत सूरत दस्तार सिरा, रहतनामे पढ़िए तो उत्थे बचन आउंदा केस गुरु की मोहर है। केसां दा सत्कार गुरु दे सत्कार दे बराबर करना, ये तां गुरु गोबिंद सिंह महाराज सच्चे पातशाही है ना साडे वास्ते सिक्ख्या दित्ती। ये बचन लिखत विच नहीं, ये टकसाल दे विच पढ़ाया और सुनाया जाता है। तो सतगुरु सच्चे पातशाह महाराज साहब जी जदों इत्थे आए हन बाग दे विच, इत्थे सिंह तिन्ने आके मिलदे, नंगी सरी साहब हत्थ विच है, वक्खी परने महाराज टिंड दा सराणा ला के पए हन, पिछले पासे झाड़ियां। उस वेले तिन्ने सिंह आ करके महाराज साहब जी दे हत्थ ते गुलशतरान पाया होया सी, जिहदे नाल तीर चलाउंदे हुंदे सी, उहदे विच हीरा लगा होया। वो लिशका मारदा सी, उहनूं वेख करके सिंह महाराज दे पास आउंदे, चरनां वाले पासे बैठ के चरनां नूं स्पर्श भी करदे। महाराज साहब जी छेती उठदे ते सिंह फतेह गजाउंदे, वाहिगुरू जी का खालसा वाहिगुरू जी की फतेह। भाई मान सिंह जी दे नेत्रां विच जल भर आउंदा है। ऐसा सूरवीर बहादुर सिंह, पर हिरदा करड़ा थोड़ा है, पत्थर थोड़ा है। नेत्रां 'च जल आ जांदा कि महाराज साहब जी आप जी दे बस्तर फटे पुराने, सीस ते भी सादा जिहा दस्तारा है, हत्थ विच नंगी सिरी साहब है, चरनां 'च जोड़ा नहीं, बाज नहीं, ताज नहीं, घोड़ा नहीं। महाराज कहण लगे भी सिंघा की कारण है, दिलगीर क्यों ना है? आख्या महाराज किस तरह का समा कि कदी आनंदपुर साहब दे विच चंदन की चौंकी दे उत्ते चरण रखिया करदे, 2.5 लाख की चाननी सीस ते सजदी, चारे साहबजादे महाराज आप जी दे पास हुंदे ते सिंह सूरवीर दरबार विच बैठे हुंदे। अज ना तख्त है, ना ताज है, ना घोड़ा है, ना बाज है, ना जोड़ा है, ना कलगी है, ना जिगा है। ये कुछ वेख के महाराज मन भर आया है। सतगुरु कहन लगे ਸਿੰਘਾ धीरज रख, हौसला रख। सो वाहिगुरू जी दे भाणे दे विच असीं प्रसन्न हाँ। फिर उदों उचारण कीता सी ख्याल पातशाही दसवीं, मित्र प्यारे नूं हाल मुरीदां दा कहना, तुद बिन रोग रजाइयां दा ओढ़ण, नाग निवासां दे रहना, सूल सुराही खंजर प्याला बिंग कसाइयां दा सहना, यारड़े दा सानू सत्थर चंगा, भट्ठ खेड़ियां दा रहना। महाराज कहंदे यार दा मित्र प्यारे दा दिता होया है भुंजे पैना जिहड़ा सत्थर है ने भी चंगा है। वाहिगुरू नूं भुल करके सियाल दे पोह दीआं रातां रजाइयां लैके सौना वो ते रोग है। तो इत्थों फिर महाराज भाई गुलाबे दे घरे जांदे, उत्थों फिर जिवें उच्च दे पीर बनदे गणी खां नबी खां, वो आके सेवा च हाज़र हुंदे, जिहड़े कदी घोड़े लिया के भी आनंदपुर साहब वेचिया करदे सी। महाराज साहब की सेवा च उन्हें आख्या महाराज सानू सेवा का मौका दिओ। महाराज कहंदे हुण साडे नाल तुसीं अगे चलो। सतगुरु जी ने यह विਉਂਤ दिती, जुगती दिती भी एक पलंगा ते इस तरीके नाल उहदे बाहियां दे नाल पावियां दे नाल मोर दे खंभ बन्ने जाण ते नीला बाणा पहन करके माई ने थान भेंट कीता सी ते नीली चादर ते नीला चोला सवा करके नीला बाणा पहन के ते भाई दया सिंह जी मोरां दे खंभ दा मुठा ले करके ते इस तरीके दे नाल सतगुरु सच्चे पातशाह भाई गुलाबे दे घरों फिर उच्च दे पीर बन करके अगे जांदे। अगले पावियां ते लगदे गणी खां नबी खां, पिछले पासे प्यारे धर्म सिंह, प्यारे मान सिंह, प्यारे दया सिंह जी चौर करदे महाराज दे सीस ते। उन्हां फौजां दे विचों दी हुंदियां होइआं एक रात विच रह के ते महाराज साहब जी फिर अगे चले जाते हैं। ऐसे निरभौ सतगुरु, ऐसे निर्वैर सतगुरु श्री गुरु गोबिंद सिंह सच्चे पातशाह जी के चरनां विच रोम रोम करके कोट कोट वारी नमस्कार है। नारायण नरपत नमस्कार है, ऐसे गुर को बल बल जाइए, आप मुक्त मोहि तारै। अपने पुत्र कुर्बान करके सानू आख्या इन पुत्रन के सीस पर
वार दिए सुत चार, चार मुए तो क्या हुआ, जीवत लाख हजार। असीं गुरु के पुत्र पुत्रियां बणीए, गुरु का अमृत छक के, गुरु की रहनी विच रह के गुरु कीयां खुशियां प्राप्त करिए। बाणी बाणे दे धारनी होइए, रहत वे त्यार बुर त्यार होइए। वाहिगुरु जी का खालसा, वाहिगुरु जी की फतेह।